ਹੈਲੋ ਫਰੈਂਡਸ, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੰਪੋਰਟੈਂਟ ਕੁਐਸਚਨ ਪੰਜਾਬ ਪੁਲਿਸ ਇੰਪੋਰਟੈਂਟ ਜਿਹੜੇ ਵੀ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ਬਣ ਸਕਦੇ ਨੇ ਉਹਨਾਂ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਦੋਸਤੋ, ਜੇਕਰ ਤੁਸੀਂ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡਾ ਚੈਨਲ ਹੈ ਉਹਦਾ ਨਾਮ ਹੈ PSCB ਬੁੱਕ ਸਮਰੀ, ਉਸ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਹੈ ਜਿਹੜਾ ਉਹ ਸਮੇਂ ਸਿਰ ਮਿਲਦਾ ਰਹੇ। ਤਾਂ ਦੋਸਤੋ, ਇਹ ਜਿਹੜੇ ਸਵਾਲ ਨੇਗੇ ਇਹ ਮੋਸਟ ਇੰਪੋਰਟੈਂਟ ਸਵਾਲ ਹੈ ਜਿਹੜੇ ਹਰ ਇੱਕ ਪੇਪਰ ਹੈ ਜਿਹੜਾ ਚਾਹੇ ਉਹ ਇੰਡੀਆ ਲੈਵਲ ਹੈ ਜਾਂ ਫਿਰ ਪੰਜਾਬ ਲੈਵਲ ਦਾ ਐਗਜ਼ਾਮ ਹੈ ਉਸ ਦੇ ਵਿੱਚ ਪੁੱਛੇ ਜਾਂਦੇ ਨੇ। ਤਾਂ ਦੋਸਤੋ, ਟਾਈਮ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਪਹਿਲਾ ਸਵਾਲ, ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਕਿਸਨੇ ਚਲਾਈ? ਬੰਗਾਲ ਦੇ ਵਿੱਚ ਦੋਸਤੋ ਜਦੋਂ ਦੇਖੋ ਸਾਡੇ ਅੰਗਰੇਜ਼ ਆਏ ਤਾਂ ਅੰਗਰੇਜ਼ਾਂ ਨੇ ਆਪਣੇ ਜਿਹੜੇ ਗਵਰਨਰ ਹੈ ਜਾਂ ਫਿਰ ਗਵਰਨਰ ਜਨਰਲ ਹੈ ਉਹਨਾਂ ਦੀ ਨਿਯੁਕਤੀ ਕੀਤੀ ਤਾਂ ਦੋਸਤੋ ਬੰਗਾਲ ਦੇ ਵਿੱਚ ਸਭ ਤੋਂ ਪਹਿਲੀ ਵਾਰ ਜਦੋਂ ਲਾਰਡ ਕਲਾਈਵ ਬਣਿਆ ਤਾਂ ਉਸ ਨੇ ਦੋਹਰੀ ਸ਼ਾਸਨ ਪ੍ਰਣਾਲੀ ਦਾ ਆਰੰਭ ਕੀਤਾ ਸੀ। ਤਾਂ ਦੋਸਤੋ ਇਸ ਤੋਂ ਬਾਅਦ ਅਗਲਾ ਸਵਾਲ ਹੈ, ਰੈਗੂਲੇਟਿੰਗ ਐਕਟ ਕਦੋਂ ਪਾਸ ਕੀਤਾ ਗਿਆ? ਰੈਗੂਲੇਟਿੰਗ ਐਕਟ ਤਾਂ ਦੋਸਤੋ 1773 ਦੇ ਵਿੱਚ ਜਿਹੜਾ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ ਸੀ। ਤਾਂ ਇਸ ਰੈਗੂਲੇਟਿੰਗ ਐਕਟ ਦੇ ਤਹਿਤ ਦੋਸਤੋ ਜਿਹੜੇ ਸੀ ਸਾਡੇ ਇੰਡੀਆ ਦੇ ਵਿੱਚ ਨਵੇਂ ਰਿਫਾਰਮ ਆਏ ਸੀਗੇ। ਤਾਂ ਰੈਗੂਲੇਟਿੰਗ ਐਕਟ ਦੇ ਵਿੱਚ ਤਹਿਤ ਸਭ ਤੋਂ ਵੱਡੀ ਚੀਜ਼ ਕੀ ਹੈ? ਕਲਕੱਤਾ ਦੇ ਵਿੱਚ ਇੱਕ ਹਾਈ ਕੋਰਟ ਦੀ ਸਥਾਪਨਾ ਕੀਤੀ ਗਈ ਸੀ। ਅਗਲਾ ਸਵਾਲ, ਪਹਿਲਾ ਮਦਰਸਾ ਕਦੋਂ ਖੋਲ੍ਹਿਆ ਗਿਆ? ਤਾਂ ਦੋਸਤੋ ਜਿਹੜਾ ਸਾਡਾ ਪਹਿਲਾ ਮਦਰਸਾ ਸੀਗਾ ਉਹ ਖੋਲ੍ਹਿਆ ਗਿਆ ਸੀ 1781 ਦੇ ਵਿੱਚ ਵਾਰਨ ਹੇਸਟਿੰਗ ਦੇ ਸਮੇਂ। ਤਾਂ ਦੋਸਤੋ ਵਾਰਨ ਹੇਸਟਿੰਗ ਜਦੋਂ ਸਾਡਾ ਗਵਰਨਰ ਜਨਰਲ ਬਣਿਆ ਗਾ ਤਾਂ ਉਸ ਟਾਈਮ ਪਹਿਲਾ ਮਦਰਸਾ ਜਿਹੜਾ ਗਾ ਉਹ ਖੋਲ੍ਹਿਆ ਗਿਆ ਸੀਗਾ 1781 ਦੇ ਵਿੱਚ। ਅਗਲਾ ਸਵਾਲ, ਸੰਸਕ੍ਰਿਤ ਸਕੂਲ ਦੀ ਸਥਾਪਨਾ 1792 ਵਿੱਚ ਕਿਸਨੇ ਕੀਤੀ? ਤਾਂ ਦੋਸਤੋ ਇੱਕ ਸੰਸਕ੍ਰਿਤ ਸਕੂਲ ਜਿਹੜਾ ਖੋਲ੍ਹਿਆ ਗਿਆ ਸੀਗਾ ਉਹ ਖੋਲ੍ਹਿਆ ਸੀ ਜੋਨਾਥਨ ਡੰਕਨ ਨੇ। ਜੋਨਾਥਨ ਡੰਕਨ ਨਾਂ ਦਾ ਵਿਅਕਤੀ ਸੀਗਾ, ਉਸ ਨੇ 1792 ਦੇ ਵਿੱਚ ਇੱਕ ਸੰਸਕ੍ਰਿਤ ਸਕੂਲ ਹੈ ਜਿਹੜਾ ਉਸ ਦੀ ਸਥਾਪਨਾ ਕੀਤੀ ਸੀ। ਅਗਲਾ ਸਵਾਲ, ਗੀਤਾ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਿਸਨੇ ਕੀਤਾ? ਤਾਂ ਦੋਸਤੋ ਇਹ ਕੀਤਾ ਸੀਗਾ ਵਿਲੀਅਮ ਵਿਲਕਿੰਸ ਨੇ ਗੀਤਾ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਸੀ। ਤਾਂ ਦੋਸਤੋ ਉਸ ਨੂੰ ਵਾਰਨ ਹੇਸਟਿੰਗ ਨੇ ਆਪਣੇ ਕੋਲ ਸਥਾਨ ਦਿੱਤਾ ਸੀ, ਉਸ ਨੂੰ ਆਪਣੀ ਪ੍ਰੋਟੈਕਸ਼ਨ ਦਿੱਤੀ ਸੀ ਵਿਲੀਅਮ ਵਿਲਕਿੰਸ ਨੂੰ, ਕਿਉਂਕਿ ਉਸ ਨੇ ਗੀਤਾ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਸੀ। ਅਗਲਾ ਸਵਾਲ, ਭਾਰਤ ਦਾ ਪਹਿਲਾ ਸਮਾਚਾਰ ਪੱਤਰ ਦਾ ਬੰਗਾਲ ਗਜ਼ਟ ਦਾ ਪ੍ਰਕਾਸ਼ਨ ਕਿਸਨੇ ਕੀਤਾ? ਪਹਿਲਾ ਸਵਾਲ ਤਾਂ ਇਹੀ ਬਣ ਗਿਆ ਦੋਸਤੋ, ਭਾਰਤ ਦਾ ਪਹਿਲਾ ਸਮਾਚਾਰ ਪੱਤਰ ਕਿਹੜਾ ਸੀ? ਤਾਂ ਦੋਸਤੋ ਉਹ ਸੀ ਸਾਡਾ ਦਾ ਬੰਗਾਲ ਗਜ਼ਟ। ਬੰਗਾਲ ਗਜ਼ਟ ਜਿਹੜਾ ਸਾਡਾ ਪੱਤਰ ਹੈਗਾ ਦੋਸਤੋ ਸਮਾਚਾਰ ਪੱਤਰ, ਤਾਂ ਇਹਦਾ ਜਿਹੜਾ ਸਾਡਾ ਪ੍ਰਕਾਸ਼ਨ ਹੈ ਕਿਹਨੇ ਕੀਤਾ ਹੈਗਾ? ਇਹ ਕੀਤਾ ਜੇਮਸ ਅਗਸਟਸ ਹਿੱਕੀ ਨੇ ਦੋਸਤੋ ਇਹਦਾ ਪ੍ਰਕਾਸ਼ਨ ਕੀਤਾ ਸੀ। ਦੋਸਤੋ ਮੋਸਟ ਇੰਪੋਰਟੈਂਟ ਸਵਾਲ ਨੇ, ਪੇਪਰ ਦੇ ਵਿੱਚ ਆਉਣ ਦੀ ਇਹਨਾਂ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਬਣ ਜਾਂਦੀ ਹੈ। ਅਗਲਾ ਸਵਾਲ, ਕਲਕੱਤਾ ਵਿੱਚ ਹਾਈ ਕੋਰਟ ਦੀ ਸਥਾਪਨਾ ਕਿਸ ਐਕਟ ਤਹਿਤ ਕੀਤੀ ਗਈ? ਦੇਖੋ ਦੋਸਤੋ ਰੈਗੂਲੇਟਿੰਗ ਐਕਟ 1773 ਅਸੀਂ ਪਹਿਲਾਂ ਗੱਲ ਕੀਤੀ ਹੈ 1773 ਦੇ ਰੈਗੂਲੇਟਿੰਗ ਐਕਟ ਦੇ ਤਹਿਤ ਤਾਂ ਦੋਸਤੋ ਕਲਕੱਤਾ ਦੇ ਵਿੱਚ ਹਾਈ ਕੋਰਟ ਦੀ ਸਥਾਪਨਾ ਕੀਤੀ ਗਈ। ਪਰ ਦੋਸਤੋ ਸਾਨੂੰ ਸਨ ਪੁੱਛਿਆ ਜਾਂਦਾ ਹੈ ਕਦੋਂ ਕੀਤੀ ਗਈ ਸੀ। ਇਹ ਤਾਂ ਦੋਸਤੋ ਐਕਟ ਹੈ ਸਾਡਾ 1773 ਦਾ ਰੈਗੂਲੇਟਿੰਗ ਐਕਟ, ਪਰ ਜਿਹੜੀ ਸਥਾਪਨਾ ਕੀਤੀ ਗਈ ਹੈ ਉਹ ਕੀਤੀ ਗਈ ਹੈ 1774 ਈਸਵੀ ਦੇ ਵਿੱਚ। 1774 ਈਸਵੀ ਦੇ ਵਿੱਚ। ਅਗਲਾ ਸਵਾਲ, ਪਹਿਲਾ ਐਂਗਲੋ ਮਰਾਠਾ ਯੁੱਧ ਕਿਸ ਦੇ ਸਮੇਂ ਹੋਇਆ? ਪਹਿਲਾ ਐਂਗਲੋ ਮਰਾਠਾ ਯੁੱਧ ਤਾਂ ਦੋਸਤੋ ਇਹ ਹੋਇਆ ਸੀ ਵਾਰਨ ਹੇਸਟਿੰਗ ਦੇ ਸਮੇਂ। ਵਾਰਨ ਹੇਸਟਿੰਗ ਦੇ ਸਮੇਂ ਦੋਸਤੋ ਪਹਿਲਾ ਮਰਾਠਾ ਯੁੱਧ ਹੋਇਆ ਸੀ। ਅਗਲਾ ਸਵਾਲ, ਕਾਰਨਵਾਲਿਸ ਕੋਡ ਕਦੋਂ ਆਇਆ? ਕਾਰਨਵਾਲਿਸ ਕੋਡ 1793 ਦੇ ਵਿੱਚ ਦੋਸਤੋ ਕਾਰਨਵਾਲਿਸ ਕੋਡ ਹੈ ਜਿਹੜਾ ਉਹ ਆਇਆ ਸੀ। ਇਹਦੀ ਮਹੱਤਤਾ ਕੀ ਸੀ ਕਾਰਨਵਾਲਿਸ ਕੋਡ ਦੀ? ਦੋਸਤੋ ਇਹਦੀ ਸਭ ਤੋਂ ਵੱਡੀ ਮਹੱਤਤਾ ਇਹ ਸੀ ਕਿ ਇਹ ਸ਼ਕਤੀਆਂ ਦੀ ਵੰਡ ਦੇ ਉੱਤੇ ਆਧਾਰਿਤ ਸੀ। ਸ਼ਕਤੀਆਂ ਦੀ ਵੰਡ ਦਾ ਮਤਲਬ ਕੀ ਹੈ ਦੋਸਤੋ? ਪਹਿਲਾਂ ਕੀ ਹੁੰਦਾ ਸੀ, ਸਾਡੀਆਂ ਜਿਹੜੀਆਂ ਨਿਆਇਕ ਸ਼ਕਤੀਆਂ, ਕਾਰਜਪਾਲਿਕਾ ਸ਼ਕਤੀਆਂ ਇੱਕ ਵਿਅਕਤੀ ਕੋਲ ਹੁੰਦੀਆਂ ਸੀ, ਯਾਨੀ ਕਿ ਨਿਆਂ ਕਰਨ ਦੀ ਸ਼ਕਤੀ ਵੀ, ਕਾਰਜਪਾਲਿਕਾ ਸ਼ਕਤੀ ਵੀ ਇੱਕ ਵਿਅਕਤੀ ਕੋਲ ਹੁੰਦੀਆਂ ਸੀ। ਤਾਂ ਇਹਨਾਂ ਨੇ ਕੀ ਕੀਤਾ, ਕਾਰਨਵਾਲਿਸ ਕੋਡ ਦੇ ਤਹਿਤ ਸ਼ਕਤੀਆਂ ਦੀ ਵੰਡ ਕਰਨੀ ਸ਼ੁਰੂ ਕੀਤੀ। ਅਗਲਾ ਸਵਾਲ, ਸਥਾਈ ਬੰਦੋਬਸਤ ਕਦੋਂ ਲਾਗੂ ਕੀਤਾ ਗਿਆ? 1793 ਦੇ ਵਿੱਚ। ਸਥਾਈ ਬੰਦੋਬਸਤ ਦਾ ਸੰਬੰਧ ਕਿਹਦੇ ਨਾਲ ਹੈ ਦੋਸਤੋ? ਭੂਮੀ ਦੇ ਨਾਲ ਹੈ। ਸਥਾਈ ਬੰਦੋਬਸਤ ਹੈ ਜਿਹੜਾ 1793 ਦੇ ਵਿੱਚ ਲਾਗੂ ਕੀਤਾ ਗਿਆ ਸੀ। ਅਗਲਾ ਸਵਾਲ,
ਸਹਾਇਕ ਸੰਧੀ ਦਾ ਜਨਮਦਾਤਾ ਕਿਹਨੂੰ ਮੰਨਿਆ ਜਾਂਦਾ ਹੈ? ਦੋਸਤੋ ਭਾਰਤ ਦੇ ਵਿੱਚ ਦੇਖਿਆ ਜਾਵੇ ਜਿਹੜੀ ਸਹਾਇਕ ਸੰਧੀ ਹੈ ਉਹ ਤਾਂ ਲਾਰਡ ਕਲਾਈਵ ਨੇ ਕੀਤੀ ਹੈ, ਪਰ ਲਾਰਡ ਕਲਾਈਵ ਤੋਂ ਪਹਿਲਾਂ ਇੱਕ ਸਾਡਾ ਫਰਾਂਸੀਸੀ ਗਵਰਨਰ ਹੋਇਆ ਗਾ ਡੁਪਲੇ ਨੇ ਇਸ ਦੀ ਵਰਤੋਂ ਕੀਤੀ ਸੀ। ਤਾਂ ਸਾਡਾ ਮੰਨਿਆ ਜਾਂਦਾ ਹੈਗਾ ਸਹਾਇਕ ਸੰਧੀ ਦਾ ਜਿਹੜਾ ਜਨਮਦਾਤਾ ਭਾਰਤ ਦੇ ਵਿੱਚ ਹੈ ਉਹ ਡੁਪਲੇ ਨੂੰ ਮੰਨਿਆ ਜਾਂਦਾ ਹੈਗਾ। ਅਗਲਾ ਸਵਾਲ, ਡੁਪਲੇ ਤੋਂ ਬਾਅਦ ਸਹਾਇਕ ਸੰਧੀ ਦੀ ਵਰਤੋਂ ਕਿਹਨੇ ਕੀਤੀ ਹੈ? ਲਾਰਡ ਵੈਲਜ਼ਲੀ ਨੇ ਕੀਤੀ ਸੀ। ਲਾਰਡ ਵੈਲਜ਼ਲੀ ਨੇ ਕੀਤੀ ਸੀ। ਪਹਿਲਾਂ ਕਿਹਨੇ ਕੀਤੀ ਹੈ? ਡੁਪਲੇ ਨੇ। ਡੁਪਲੇ ਤੋਂ ਬਾਅਦ ਕੀਤੀ ਹੈ ਦੋਸਤੋ ਲਾਰਡ ਵੈਲਜ਼ਲੀ ਨੇ। ਅਗਲਾ ਸਵਾਲ, ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ? ਦੇਖੋ ਦੋਸਤੋ, ਰਣਜੀਤ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਹੈ ਅਤੇ ਅੰਗਰੇਜ਼ਾਂ ਦੇ ਵਿਚਕਾਰ 8 ਅਪ੍ਰੈਲ 1809 ਨੂੰ ਜਿਹੜੀ ਸਾਡੀ ਅੰਮ੍ਰਿਤਸਰ ਦੀ ਸੰਧੀ ਹੈ ਉਹ ਹੋਈ ਸੀ। ਅਗਲਾ ਸਵਾਲ, ਅੰਮ੍ਰਿਤਸਰ ਦੀ ਸੰਧੀ ਸਮੇਂ ਗਵਰਨਰ ਜਨਰਲ ਕੌਣ ਸੀ? ਲਾਰਡ ਮਿੰਟੋ ਪ੍ਰਥਮ। ਲਾਰਡ ਮਿੰਟੋ ਪ੍ਰਥਮ ਹੈ ਜਿਹੜਾ ਉਹ ਉਸ ਟਾਈਮ ਕੀ ਸੀ ਦੋਸਤੋ? ਗਵਰਨਰ ਜਨਰਲ ਸੀ। ਨੇਪਾਲ ਦਾ ਯੁੱਧ ਦਾ ਅੰਤ ਕਿਸ ਸੰਧੀ ਦੇ ਤਹਿਤ ਹੋਇਆ? ਦੋਸਤੋ ਨੇਪਾਲ ਦਾ ਯੁੱਧ, ਦੋਸਤੋ ਦੇਖੋ ਨੇਪਾਲ ਦਾ ਜਿਹੜਾ ਯੁੱਧ ਹੈਗਾ ਉਹ ਅੰਗਰੇਜ਼ਾਂ ਅਤੇ ਨੇਪਾਲੀਆਂ ਦੇ ਵਿਚਕਾਰ ਹੋਇਆ ਹੈਗਾ। ਇਹ ਸੰਗੋਲੀ ਦੀ ਸੰਧੀ ਦੇ ਵਿਚਕਾਰ ਰਾਹੀਂ ਇਹਦਾ ਅੰਤ ਹੋਇਆ ਸੀ। ਅਗਲਾ ਸਵਾਲ, ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਪਹਿਲਾ ਗਵਰਨਰ ਜਨਰਲ ਦੋਸਤੋ, ਪਹਿਲਾ ਗਵਰਨਰ ਜਨਰਲ ਸੀ ਸਾਡਾ ਲਾਰਡ ਵਿਲੀਅਮ ਬੈਂਟਿਕ। ਲਾਰਡ ਵਿਲੀਅਮ ਬੈਂਟਿਕ। ਅਗਲਾ ਸਵਾਲ, ਲਾਰਡ ਵਿਲੀਅਮ ਬੈਂਟਿਕ ਨੇ ਸਤੀ ਪ੍ਰਥਾ ਦਾ ਅੰਤ ਕਿਸ ਦੇ ਸਹਿਯੋਗ ਨਾਲ ਕੀਤਾ? ਦੋਸਤੋ ਲਾਰਡ ਵਿਲੀਅਮ ਬੈਂਟਿਕ ਨੇ ਭਾਰਤ ਦੇ ਵਿੱਚ ਇੱਕ ਸਭ ਤੋਂ ਗੰਦੀ ਪ੍ਰਥਾ ਸਤੀ ਪ੍ਰਥਾ ਜਿਹੜੀ ਚੱਲਦੀ ਸੀਗੀ ਉਸ ਦਾ ਅੰਤ ਕਰ ਦਿੱਤਾ ਰਾਜਾ ਰਾਮ ਮੋਹਨ ਰਾਏ ਦੇ ਸਹਿਯੋਗ ਦੇ ਨਾਲ। ਅਗਲਾ ਸਵਾਲ, ਸਤੀ ਪ੍ਰਥਾ ਦਾ ਅੰਤ ਕਦੋਂ ਕੀਤਾ ਗਿਆ? 1829 ਦੇ ਵਿੱਚ। 1829 ਦੇ ਵਿੱਚ। ਅਗਲਾ ਸਵਾਲ, ਪ੍ਰੈਸ ਦਾ ਮੁਕਤੀਦਾਤਾ ਕਿਸ ਨੂੰ ਕਿਹਾ ਜਾਂਦਾ ਹੈ? ਲਾਰਡ ਮੈਟਕਾਫ। ਲਾਰਡ ਮੈਟਕਾਫ ਨੇ ਦੋਸਤੋ ਪ੍ਰੈਸ ਦੇ ਉੱਤੇ ਲੱਗੇ ਹੋਏ ਸਾਰੇ ਦੇ ਸਾਰੇ ਪ੍ਰਤੀਬੰਧ ਸੀਗੇ ਜਿਹੜੇ ਉਹ ਹਟਾ ਦਿੱਤੇ ਸੀ। ਜਿੰਨੀਆਂ ਰੋਕਾਂ ਸੀਗੀਆਂ ਪ੍ਰੈਸ ਦੇ ਉੱਤੇ ਉਹਨਾਂ ਨੂੰ ਖਤਮ ਕਰ ਦਿੱਤਾ ਸੀ। ਤਾਂ ਕਰਕੇ ਲਾਰਡ ਮੈਟਕਾਫ ਨੂੰ ਪ੍ਰੈਸ ਦਾ ਮੁਕਤੀਦਾਤਾ ਕਿਹਾ ਜਾਂਦਾ ਹੈਗਾ। ਅਗਲਾ ਸਵਾਲ, ਨਰ ਬਲੀ ਪ੍ਰਥਾ 'ਤੇ ਰੋਕ ਕਿਸ ਨੇ ਲਾਈ? ਲਾਰਡ ਹਾਰਡਿੰਗ। ਲਾਰਡ ਹਾਰਡਿੰਗ ਦੁਆਰਾ ਦੋਸਤੋ ਨਰ ਬਲੀ ਪ੍ਰਥਾ 'ਤੇ ਰੋਕ ਲਾ ਦਿੱਤੀ ਸੀ। ਤਾਂ ਦੋਸਤੋ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ PSEB ਬੁੱਕ ਸਮਰੀ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।